ਸਤਿ ਸ਼੍ਰੀ ਅਕਾਲ। ਮੈਂ ਜਤਿੰਦਰ ਸਿੰਘ ਖਹਿਰਾ ਟੀਵੀ ਪੰਜਾਬ ਦੇ ਇਸ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਆਓ ਨਿਗਾਹ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਦੇਸ਼ ਵਿੱਚ ਕਰੋਨਾ ਦਾ ਕਹਿਰ ਜਾਰੀ। ਤੀਜੀ ਵਾਰ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ। 4000 ਤੋਂ ਵੱਧ ਮਰੀਜ਼ਾਂ ਦੀ ਮੌਤ। DRDO ਦੀ ਪਾਣੀ 'ਚ ਘੋਲ ਕੇ ਪੀਣ ਵਾਲੀ ਕਰੋਨਾ ਦੀ ਦਵਾਈ ਨੂੰ ਮਿਲੀ ਮਨਜ਼ੂਰੀ। ਦੇਸ਼ ਵਿੱਚ ਟੀਕਾਕਰਨ ਦੇ ਕੰਮ 'ਚ ਵੀ ਹੋ ਰਿਹਾ ਹੇਰ-ਫੇਰ। ਫਗਵਾੜਾ ਦੇ ਜੋੜੇ ਨੂੰ ਬਿਨਾਂ ਟੀਕਾ ਲਗਾਇਆ ਜਾਰੀ ਕੀਤਾ ਵੈਕਸੀਨੇਸ਼ਨ ਦਾ ਸਰਟੀਫਿਕੇਟ। ਜੋੜੇ ਨੇ ਸਿਹਤ ਵਿਭਾਗ ਤੋਂ ਮਾਮਲੇ ਦੀ ਜਾਂਚ ਦੀ ਕੀਤੀ ਮੰਗ। ਪੰਜਾਬ 'ਚ ਕਰੋਨਾ ਮਗਰੋਂ ਬਰਡ ਫਲੂ ਨੇ ਦਿੱਤੀ ਦਸਤਕ। ਲੁਧਿਆਣੇ ਦੇ ਕਿਲ੍ਹਾ ਰਾਏਪੁਰ 'ਚ ਮਿਲਿਆ ਬਰਡ ਫਲੂ ਦਾ ਸਟ੍ਰੇਨ। ਪ੍ਰਸ਼ਾਸਨ ਨੇ 1 ਕਿਲੋਮੀਟਰ ਦੇ ਘੇਰੇ ਨੂੰ ਇਨਫੈਕਸ਼ਨ ਜ਼ੋਨ ਐਲਾਨਿਆ। ਵਿਵਾਦਤ ਟਿੱਪਣੀਆਂ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਕੰਗਣਾ ਰਣੌਤ ਨੂੰ ਹੋਇਆ ਕਰੋਨਾ। ਕੰਗਣਾ ਨੇ ਖੁਦ ਨੂੰ ਘਰ ਵਿੱਚ ਕੀਤਾ ਕੁਆਰੰਟਾਈਨ। ਹਿਮਾਚਲ ਜਾਣ ਲਈ ਕਰਵਾਇਆ ਸੀ ਕਰੋਨਾ ਟੈਸਟ। ਅਤੇ ਕਿਸਾਨਾਂ ਦੀ ਅਪੀਲ ਤੇ ਪੁਲਿਸ ਦਾ ਡੰਡਾ ਪਿਆ ਭਾਰੀ। ਸੂਬੇ ਦੇ ਬਾਜ਼ਾਰ ਖੁਲਵਾਉਣ ਪਹੁੰਚੇ ਕਿਸਾਨ, ਪਰ ਦੁਕਾਨਦਾਰਾਂ ਨੇ ਨਹੀਂ ਖੋਲ੍ਹੇ ਕਾਰੋਬਾਰ। ਕਿਸਾਨਾਂ ਦੀ ਭਰੋਸੇ ਮਗਰੋਂ ਵੀ ਬਹੁਤੀਆਂ ਦੁਕਾਨਾਂ ਰਹੀਆਂ ਬੰਦ। ਤੇ ਹੁਣ ਖਬਰਾਂ ਵਿਸਤਾਰ ਨਾਲ। ਦੇਸ਼ ਵਿੱਚ ਇੱਕੋ ਦਿਨ ਕੋਵਿਡ-19 ਕਾਰਨ ਰਿਕਾਰਡ 4187 ਮਰੀਜ਼ਾਂ ਦੀ ਮੌਤ ਤੋਂ ਬਾਅਦ ਮੌਤਾਂ ਦੀ ਗਿਣਤੀ 2,38,270 ਤੱਕ ਪਹੁੰਚ ਗਈ ਹੈ, ਜਦੋਂ ਕਿ ਕਰੋਨਾ ਦੇ ਤਾਜ਼ਾ 4,01,078 ਮਾਮਲੇ ਸਾਹਮਣੇ ਆਏ ਨੇ। ਇਸ ਨਾਲ ਕੁੱਲ ਕੇਸਾਂ ਦੀ ਗਿਣਤੀ 2,18,92,676 ਹੋ ਗਈ ਹੈ। ਪੰਜਾਬ 'ਚ ਕਰੋਨਾ ਕਾਰਨ ਬੀਤੀ 24 ਘੰਟਿਆਂ ਵਿੱਚ 165 ਮੌਤਾਂ ਹੋ ਗਈਆਂ ਤੇ ਇਸ ਦੇ ਨਾਲ ਹੁਣ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 10,158 ਹੋ ਗਈ ਹੈ। ਇਸ ਵਿਚਾਲੇ ਡਰੱਗ ਕੰਟਰੋਲ ਜਨਰਲ ਆਫ ਇੰਡੀਆ ਨੇ ਐਮਰਜੈਂਸੀ ਵਰਤੋਂ ਲਈ DRDO ਦੁਆਰਾ ਵਿਕਸਿਤ ਕੀਤੀ ਗਈ ਐਂਟੀ ਕੋਵਿਡ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਹ ਦਵਾਈ ਪਾਊਡਰ ਦੇ ਰੂਪ ਵਿੱਚ ਅਤੇ ਇਸ ਨੂੰ ਪਾਣੀ ਵਿੱਚ ਮਿਲਾ ਕੇ ਪੀਤਾ ਜਾ ਸਕੇਗਾ। ਇਸ ਦਵਾਈ ਨੂੰ ਬਣਾਉਣ ਦੀ ਜ਼ਿੰਮੇਵਾਰੀ ਡਾਕਟਰ ਰੈਡੀ ਟੀ ਲੈਬਾਰਟਰੀ ਨੂੰ ਦਿੱਤੀ ਗਈ ਹੈ। ਡਰੱਗਸ ਕੰਟਰੋਲ ਜਨਰਲ ਆਫ ਇੰਡੀਆ ਨੇ ਦੱਸਿਆ ਕਿ ਕਲੀਨਿਕਲ ਐਗਜ਼ਾਮ ਤੇ ਨਤੀਜਿਆਂ ਤੋਂ ਬਾਅਦ ਪਤਾ ਲੱਗਿਆ ਹੈ ਕਿ ਦਵਾਈ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਕਰਨ ਵਿੱਚ ਕਾਮਯਾਬ ਰਹੀ ਹੈ। ਕੋਰੋਨਾ ਟੀਕਾਕਰਨ ਦੌਰਾਨ ਵੀ ਵੋਟਾਂ ਵਾਲਾ ਕੰਮ ਸ਼ੁਰੂ ਹੋ ਗਿਆ ਹੈ। ਦਰਅਸਲ ਫਗਵਾੜਾ ਰਹਿੰਦੇ ਇੱਕ ਪਤੀ ਪਤਨੀ ਨੇ ਬਿਨਾਂ ਵੈਕਸੀਨ ਲਗਾਏ ਹੀ ਟੀਕਾਕਰਨ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਇਸ ਪਤੀ ਪਤਨੀ ਨੇ ਹੁਸ਼ਿਆਰਪੁਰ ਦੇ ਇੱਕ ਕੈਂਪ ਲਈ 6 ਤਰੀਕ ਨੂੰ ਸ਼ਾਮ 3 ਵਜੇ ਦੀ ਅਪਾਇੰਟਮੈਂਟ ਲਈ ਸੀ, ਪਰ ਜਦੋਂ ਉਹ ਉੱਥੇ ਪਹੁੰਚੇ ਤਾਂ ਦੱਸਿਆ ਗਿਆ ਕਿ ਇੱਥੇ ਦੁਪਹਿਰ ਤੋਂ 2 ਵਜੇ ਤੱਕ ਹੀ ਟੀਕੇ ਲਗਾਏ ਜਾਂਦੇ ਹਨ। ਇਸ ਦੇ ਕੁਝ ਦੇਰ ਬਾਅਦ ਹੀ ਉਹਨਾਂ ਦੇ ਮੋਬਾਈਲ ਤੇ ਸਫਲਤਾਪੂਰਵਕ ਟੀਕੇ ਦੀ ਪਹਿਲੀ ਡੋਜ਼ ਲੱਗਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਹੁਣ ਇਸ ਪਤੀ ਪਤਨੀ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਕੋਰੋਨਾ ਵਿਰੁੱਧ ਲੜਾਈ 'ਚ ਵੈਕਸੀਨ ਨੂੰ ਸਭ ਤੋਂ ਵੱਡਾ ਹਥਿਆਰ ਮੰਨਿਆ ਜਾ ਰਿਹਾ ਹੈ, ਪਰ ਹੁਣ ਟੀਕਾਕਰਨ ਦੌਰਾਨ ਕਈ ਤਰ੍ਹਾਂ ਦੀਆਂ ਕੋਤਾਹੀਆਂ ਸਾਹਮਣੇ ਆ ਰਹੀਆਂ ਨੇ। ਫਗਵਾੜਾ ਦੇ ਰਹਿਣ ਵਾਲੇ ਇੱਕ ਜੋੜੇ ਨੇ ਆਰੋਪ ਲਗਾਇਆ ਕਿ ਬਿਨਾਂ ਵੈਕਸੀਨ ਲਗਾਏ ਹੀ ਉਹਨਾਂ ਨੂੰ ਪਹਿਲੀ ਡੋਜ਼ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਦਰਅਸਲ ਇਸ ਪਤੀ ਪਤਨੀ ਰਾਮ ਨਰੇਸ਼ ਤੇ ਪ੍ਰੀਤੀ ਨੇ ਹੁਸ਼ਿਆਰਪੁਰ ਦੇ ਪਿੰਡ ਸਹਰੀ 'ਚ ਚੱਲ ਰਹੇ ਟੀਕਾਕਰਨ ਕੈਂਪ ਲਈ 6 ਮਈ ਦੀ ਅਪਾਇੰਟਮੈਂਟ ਲਈ ਸੀ। ਉਹਨਾਂ ਦਾ ਟਾਈਮ ਸਲੋਟ 3 ਤੋਂ 6 ਵਜੇ ਤੱਕ ਦਾ ਸੀ, ਪਰ ਜਦੋਂ ਉਹ ਕੈਂਪ 'ਚ ਪਹੁੰਚੇ ਤਾਂ ਪਤਾ ਲੱਗਿਆ ਕਿ ਇੱਥੇ 2 ਵਜੇ ਤੱਕ ਹੀ ਟੀਕੇ ਲਗਾਏ ਜਾਂਦੇ ਨੇ। ਉਹਨਾਂ ਨੂੰ ਟੀਕਾ ਲਗਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਇਸ ਦੇ ਕੁਝ ਹੀ ਦੇਰ ਬਾਅਦ ਉਹਨਾਂ ਦੇ ਮੋਬਾਈਲ ਉੱਤੇ ਦੋਵੇਂ ਜਣਿਆਂ ਦੇ ਟੀਕਾਕਰਨ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਹੁਣ ਇਹ ਪਤੀ ਪਤਨੀ ਹੈਰਾਨ ਨੇ ਕਿ ਉਹਨਾਂ ਦੀ ਜਗ੍ਹਾ ਟੀਕਾ ਕਿਸ ਤੇ ਲਗਾਇਆ ਗਿਆ। ਉਹਨਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। आज होशियारपुर डिस्ट्रिक्ट में कोविड-19 का जो कोरोना वैक्सीन का टीका लग रहा वो पोर्टल खुला था, तो हमने उस पर अपनी अपॉइंटमेंट डेट ली थी। तो मैंने और मेरी वाइफ ने दोनों ने अप्लाई किया था, तो हमें आज की डेट का अपॉइंटमेंट डेट मिल गया था। उसमें टाइम 3 बजे से 6 बजे का दिया था। फिर उसके बाद मैं सारी पिंड गया था। उसके बाद उन्होंने बोला कि 2 बजे के बाद यहाँ कोई नहीं है जी। फिर मैं वहाँ से सिविल हॉस्पिटल की तरफ चला जी, CMO से मिलने के लिए, कि वहाँ जाके मैं बताऊँ कि मुझे ये वैक्सीन के लिए क्यों बुलाया गया जब आप वैक्सीन लगा ही नहीं रहे। तो वहाँ एक मैडम से मैं मिला था, नर्स से। उसने बोला कि वो CMO साहब तो चले गए। फिर उन्होंने कहा कि कल आप 8 बजे से 2 बजे तक वो बैठेंगे, आप आके मिलिएगा। मैंने उन्हें ये बताया कि मैडम ये बताइए, जब मुझे वैक्सीनेशन हुआ ही नहीं, मुझे टीका लगा ही नहीं, तो मेरे फ़ोन पे एक मैसेज आ गया, उसमें लिखा कि फर्स्ट डोज आपका सक्सेसफुली हो गया और मुझे टीका लगाया ही नहीं। फिर मैंने अपना पोर्टल खोला तो उसमें मेरी और मेरी वाइफ का दोनों का ही सर्टिफिकेट इशू हो गया कि उसमें इस डेट को आपको ये बैच नंबर का कौन सी वैक्सीन लगाई वो भी आ गई। ये तो एक तरह से घपलाबाजी हो रही है जी। टीके बेचे जा रहे होंगे जो टीके नहीं लगे। आज मेरे कागज़ में मेरे नाम से एक टीका इशू हो गया और वो लगा मुझे है नहीं, तो वो टीका गया कहाँ?
हमें बहुत परेशानी झेलनी पड़ी है। हम यहाँ के हमें किए था बस इंजेक्शन के लिए आए थे, शायद कितना टाइम हो गया घूमते घूमते, कुछ नहीं हुआ, नहीं इंजेक्शन लगाए, लेकिन बाद में आया इंजेक्शन लग चुका है, फिर इंजेक्शन नहीं लगा, आया है तो कहाँ गया फिर इंजेक्शन। हमें परेशानी झेलनी पड़ी कि अपना घर का काम काज छोड़ के आना, हमें भी बहुत दिक्कत होती है ना अपने घर से आने के लिए। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਰਾਮ ਨਰੇਸ਼ ਤੇ ਪ੍ਰੀਤੀ ਦੋਵਾਂ ਦੀ ਉਮਰ 29 ਸਾਲ ਹੈ, ਜਦਕਿ ਪੰਜਾਬ ਵਿੱਚ 18 ਤੋਂ 45 ਸਾਲ ਦੇ ਉਮਰ ਵਰਗ ਲਈ ਸੋਮਵਾਰ ਤੋਂ ਟੀਕਾਕਰਨ ਸ਼ੁਰੂ ਕੀਤਾ ਜਾਣਾ ਸੀ। ਅਜਿਹੇ 'ਚ ਪਹਿਲਾਂ ਅਪਾਇੰਟਮੈਂਟ ਮਿਲਣਾ ਅਤੇ ਬਾਅਦ 'ਚ ਟੀਕਾਕਰਨ ਦਾ ਸਰਟੀਫਿਕੇਟ ਜਾਰੀ ਹੋਣਾ ਪੂਰੇ ਸਿਸਟਮ ਉੱਤੇ ਸਵਾਲ ਖੜੇ ਕਰ ਰਹੇ ਨੇ। ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਪੰਜਾਬ ਵਿੱਚ ਕਰੋਨਾ ਦੇ ਮਾਮਲੇ ਘਟਣ ਦਾ ਨਾਮ ਨਹੀਂ ਲੈ ਰਹੇ ਅਤੇ ਹੁਣ ਬਰਡ ਫਲੂ ਦੀ ਦਸਤਕ ਨੇ ਦਹਿਸ਼ਤ ਫੈਲਾ ਦਿੱਤੀ ਹੈ। ਬਰਡ ਫਲੂ ਦੇ ਮਾਮਲੇ ਲੁਧਿਆਣੇ ਦੇ ਕਿਲ੍ਹਾ ਰਾਏਪੁਰ ਪਿੰਡ ਸਥਿਤ ਸੂਬਾ ਸਿੰਘ ਪੋਲਟਰੀ ਫਾਰਮ ਵਿੱਚ ਮਿਲੇ ਹਨ। ਇੱਥੇ ਸੈਂਪਲ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਹਾਲਾਤ ਨਾਲ ਨਜਿੱਠਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਲਦ ਹੀ ਇਸ ਵਾਇਰਸ ਤੇ ਕਾਬੂ ਪਾ ਲਿਆ ਜਾਵੇਗਾ। ਰਵਾਇਤੀ ਖੇਡਾਂ ਲਈ ਮਸ਼ਹੂਰ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਪਿੰਡ ਦੇ ਇੱਕ ਪੋਲਟਰੀ ਫਾਰਮ 'ਚ ਬਰਡ ਫਲੂ ਦਾ ਸਟ੍ਰੇਨ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ। ਇੱਥੇ ਦੇ ਸੂਬਾ ਸਿੰਘ ਪੋਲਟਰੀ ਫਾਰਮ ਵਿੱਚ ਸੈਂਪਲ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਲੁਧਿਆਣਾ ਪ੍ਰਸ਼ਾਸਨ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਖੰਨਾ ਦੇ ਏਡੀਸੀ ਸਤਕਾਰ ਸਿੰਘ ਬਲ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਇਸ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਉੱਤੇ ਆਧਾਰਿਤ ਇੱਕ ਕਮੇਟੀ ਬਣਾਈ ਗਈ ਹੈ ਅਤੇ ਇਸ ਬਾਰੇ ਮੀਟਿੰਗ ਕੀਤੀ ਗਈ ਹੈ। ਉਹਨਾਂ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਲਦੀ ਬਰਡ ਫਲੂ ਉੱਤੇ ਕਾਬੂ ਪਾ ਲਿਆ ਜਾਵੇਗਾ। ਡਿਸਟ੍ਰਿਕਟ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਪਿੰਡ ਦੇ ਵਿੱਚ ਇੱਕ ਸੂਬਾ ਸਿੰਘ ਦਾ ਪੋਲਟਰੀ ਫਾਰਮ ਹੈ, ਜਿਹਦੇ ਵਿੱਚ ਕੱਲ੍ਹ ਸ਼ਾਮੀ ਸਾਨੂੰ ਇਸ ਗੱਲ ਦੀ ਸੂਚਨਾ ਮਿਲੀ ਹੈ ਕਿ ਬਰਡ ਫਲੂ ਦੇ ਪੋਜ਼ਿਟਿਵ ਜਿਹੜੇ ਕੇਸਿਸ ਨੇ ਉਹਨਾਂ ਦਾ ਕੋਈ ਸਟ੍ਰੇਨ ਉੱਥੇ ਮਿਲਿਆ। ਬਰਡ ਫਲੂ ਜੋ ਹੈ ਉਹ ਬੇਸਿਕਲੀ ਇਹ ਜੋ ਚਿਕਨਸ ਹੈ ਇਹਨਾਂ ਦੀ ਬਿਮਾਰੀ ਹੈ। ਇਹਦਾ ਹਿਊਮਨ ਇਨਫੈਕਸ਼ਨ ਦੇ ਜਿਹੜੇ ਨੇ ਉਹ ਵਰਲਡ ਲੈਵਲ ਤੇ ਵੀ ਜੋ ਨੇ ਪ੍ਰੂਫ ਬਹੁਤ ਘੱਟ ਮਿਲੇ ਨੇ ਕਿ ਬਰਡਸ ਤੋਂ ਹਿਊਮਨ ਦੇ ਵਿੱਚ ਇਨਫੈਕਸ਼ਨ ਜਾਂਦੀ ਹੈ। ਜੇ ਕਦੀ ਆਈ ਹੈ ਤਾਂ ਬਹੁਤ ਘੱਟ ਹੈ, ਵੈਰੀ ਰੇਅਰ ਹੈ। ਬਟ ਫਿਰ ਵੀ ਮੇਰੀ ਇਹ ਸਾਰੇ ਲੁਧਿਆਣਾ ਵਾਸੀਆਂ ਨੂੰ ਔਰ ਇਸ ਇਲਾਕੇ ਦੇ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਕਿਉਂਕਿ ਕੋਵਿਡ ਵੀ ਬਹੁਤ ਇਸ ਵੇਲੇ ਪੀਕ 'ਤੇ ਚੱਲ ਰਿਹਾ, ਇੱਕ ਹੋਰ ਫਲੂ ਦਾ ਜਿਹੜਾ ਸਾਨੂੰ ਇੱਥੇ ਪੋਜ਼ਿਟਿਵ ਕੇਸਿਸ ਮਿਲ ਰਹੇ ਨੇ, ਤਾਂ ਆਪਣੀ ਪ੍ਰੋਪਰ ਕੇਅਰ ਰੱਖਣ। ਅਤੇ ਇਸ ਦੇ ਨਾਲ ਹੀ ਕਿਸੇ ਨੂੰ ਵੀ ਇਸ ਤਰੀਕੇ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿ ਕੋਵਿਡ ਵੀ ਚੱਲ ਰਿਹਾ ਸੀ ਔਰ ਹੁਣ ਬਰਡ ਫਲੂ ਵੀ ਆ ਗਿਆ ਹੈਗਾ। ਕੋਈ ਇਸ ਤਰੀਕੇ ਦੀ ਗੱਲ ਨਹੀਂ ਹੈਗੀ, ਕਿਉਂਕਿ ਅਸੀਂ ਸੁਸਾਇਟੀ 'ਚ ਰਹਿੰਦੇ ਹਾਂ। ਸੁਸਾਇਟੀ 'ਚ ਇਸ ਤਰ੍ਹਾਂ ਦੀਆਂ ਜਿਹੜੇ ਇਸ਼ੂਜ਼ ਨੇ, ਇਸ ਤਰ੍ਹਾਂ ਦੇ ਕ੍ਰਾਈਸਿਸ ਨੇ, ਉਹ ਆਉਂਦੇ ਰਹਿੰਦੇ ਨੇ। ਬਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਦੀ ਡਿਪਾਰਟਮੈਂਟ ਕੰਸਰਨ ਦੇ ਆਰ ਆਲ ਵੈਲ ਪ੍ਰੀਪੇਅਰਡ। ਉਹਨਾਂ ਨੇ ਆਪਣੀ ਸਾਰੀ ਤਿਆਰੀ ਕਰ ਲਈ ਹੈ। ਕੱਲ੍ਹ ਰਾਤੀ ਅਸੀਂ ਕਰ ਲਈ ਸੀਗੀ। ਹੁਣ ਉਸ 'ਤੇ ਕਾਰਵਾਈ ਜਿਹੜੀ ਹੈਗੀ ਅਸੀਂ ਉਹ ਸਟਾਰਟ ਕਰਨ ਲੱਗੇ ਹਾਂ। ਮੌਕੇ 'ਤੇ ਜਾ ਕੇ ਵੀ ਅਸੀਂ ਜੋ ਉਹਦਾ ਪ੍ਰੋਪਰ ਡਿਸਟੈਂਸ ਤੋਂ ਜਿੱਥੇ ਤੱਕ ਅਸੀਂ ਜਾ ਸਕਦੇ ਹੋਵਾਂਗੇ ਉਹ ਜਾ ਕੇ ਇਹਨੂੰ ਦੇਖਾਂਗੇ ਔਰ ਟੀਮ ਜਿਹੜੀਆਂ ਨੇ ਉਹ ਆਪਣਾ ਕੰਮ ਜਿਹੜਾ ਹੈਗਾ ਉਹ ਕਰ ਲੈਣਗੇ। ਇਸ ਦੇ ਨਾਲ ਹੀ ਪੋਲਟਰੀ ਫਾਰਮ ਦੇ ਆਲੇ-ਦੁਆਲੇ ਦੇ 1 ਕਿਲੋਮੀਟਰ ਤੱਕ ਦੇ ਏਰੀਏ ਨੂੰ ਇਨਫੈਕਟਡ ਜ਼ੋਨ ਅਤੇ 10 ਕਿਲੋਮੀਟਰ ਤੱਕ ਦੇ ਏਰੀਏ ਨੂੰ ਸਰਵੀਲੈਂਸ ਜ਼ੋਨ ਐਲਾਨਿਆ ਗਿਆ। ਇਨਫੈਕਟਡ ਜ਼ੋਨ 'ਚ ਆਮ ਲੋਕਾਂ ਦੇ ਆਉਣ ਜਾਣ ਉੱਤੇ ਸਖਤ ਪਾਬੰਦੀ ਲਗਾਈ ਗਈ ਹੈ। ਆਪਣੀਆਂ ਵਿਵਾਦਤ ਟਿੱਪਣੀਆਂ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਕੋਰੋਨਾ ਨੇ ਘੇਰ ਲਿਆ ਹੈ। ਇਸ ਦੀ ਜਾਣਕਾਰੀ ਕੰਗਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ। ਕੰਗਣਾ ਮੁਤਾਬਕ ਉਸਨੇ ਹਿਮਾਚਲ ਜਾਣ ਲਈ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਕੰਗਣਾ ਰਣੌਤ ਨੇ ਖੁਦ ਨੂੰ ਘਰ ਵਿੱਚ ਹੀ ਕੁਆਰੰਟਾਈਨ ਕਰ ਲਿਆ ਹੈ। ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਨੂੰ ਵੀ ਕੋਰੋਨਾ ਹੋ ਗਿਆ। ਉਸ ਦਾ ਕੋਰੋਨਾ ਟੈਸਟ ਪੋਜ਼ਿਟਿਵ ਆਇਆ। ਉਸਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਰਿਪੋਰਟ ਪੋਜ਼ਿਟਿਵ ਆਉਣ ਪਿੱਛੋਂ ਉਸਨੇ ਆਪਣੇ ਆਪ ਨੂੰ ਅਲੱਗ ਕਰ ਲਿਆ। ਅਦਾਕਾਰਾ ਨੇ ਦੱਸਿਆ ਕਿ ਉਹ ਡਾਕਟਰਾਂ ਦੀ ਸਲਾਹ ਲੈ ਰਹੀ ਹੈ। ਕੰਗਣਾ ਰਣੌਤ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਉਸਨੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਹ ਧਿਆਨ ਕਰ ਰਹੀ ਹੈ। ਉਸਨੇ ਆਪਣੀ ਪੋਸਟ ਵਿੱਚ ਲਿਖਿਆ, ਪਿਛਲੇ ਕੁਝ ਦਿਨਾਂ ਤੋਂ ਮੈਂ ਥੱਕਿਆ ਹੋਇਆ ਮਹਿਸੂਸ ਕਰ ਰਹੀ ਸੀ ਅਤੇ ਕਮਜ਼ੋਰ ਵੀ ਅਤੇ ਮੇਰੀਆਂ ਅੱਖਾਂ ਵਿੱਚ ਹਲਕੀ ਜਲਨ ਸੀ। ਮੈਂ ਕੱਲ ਆਪਣਾ ਟੈਸਟ ਹਿਮਾਚਲ ਜਾਣ ਦੀ ਉਮੀਦ ਵਿੱਚ ਕਰਵਾਇਆ ਸੀ ਅਤੇ ਅੱਜ ਇਸ ਦਾ ਨਤੀਜਾ ਆ ਗਿਆ। ਮੈਂ ਕੋਵਿਡ ਪੋਜ਼ਿਟਿਵ ਹਾਂ।
ਮੈਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਇਹ ਵਾਇਰਸ ਮੇਰੇ ਸਰੀਰ ਵਿੱਚ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਟਵਿੱਟਰ ਨੇ ਕੰਗਣਾ ਰਣੌਤ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਸੀ। ਕੰਗਣਾ ਉੱਤੇ ਪੱਛਮੀ ਬੰਗਾਲ ਦੇ ਲੋਕਾਂ ਅਤੇ ਉੱਥੋਂ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਆਰੋਪ ਲੱਗੇ ਸਨ। ਕੋਲਕਾਤਾ ਪੁਲਿਸ ਕੋਲ ਕੰਗਣਾ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਅੱਜ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਦਾ ਸੱਦਾ ਦਿੱਤਾ ਸੀ, ਪਰ ਫਗਵਾੜਾ 'ਚ ਕਿਸਾਨਾਂ ਦੇ ਸੱਦੇ ਨੂੰ ਦੁਕਾਨਦਾਰਾਂ ਨੇ ਕੋਈ ਬਹੁਤਾ ਹੁੰਗਾਰਾ ਨਹੀਂ ਦਿੱਤਾ, ਜਿੱਥੇ ਜ਼ਿਆਦਾਤਰ ਦੁਕਾਨਾਂ ਬੰਦ ਨਜ਼ਰ ਰਹੀਆਂ। ਹਾਲਾਂਕਿ ਕਿਸਾਨ ਜਥੇਬੰਦੀਆਂ ਵੱਲੋਂ ਦੁਕਾਨਦਾਰਾਂ ਨੂੰ ਅਨਾਉਂਸਮੈਂਟ ਕਰਕੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਜਾ ਰਿਹਾ ਸੀ, ਪਰ ਪੁਲਿਸ ਦੇ ਡਰ ਕਾਰਨ ਦੁਕਾਨਦਾਰਾਂ ਨੇ ਦਿਲਚਸਪੀ ਨਹੀਂ ਵਿਖਾਈ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਿਨ ਪਹਿਲਾਂ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ। ਸੂਬੇ ਵਿੱਚ ਕੈਪਟਨ ਸਰਕਾਰ ਵੱਲੋਂ ਲਗਾਏ ਲੋਕਡਾਊਨ ਦੀ ਦੁਕਾਨਦਾਰਾਂ ਵੱਲੋਂ ਤਾਂ ਖਿਲਾਫਤ ਕੀਤੀ ਹੀ ਜਾ ਰਹੀ ਸੀ। ਹੁਣ ਇਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੀ ਨਿੱਤਰ ਆਈਆਂ ਨੇ। ਫਗਵਾੜਾ ਦੇ ਪਿੰਡਾਂ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਰਾਚੇਵਾਲ ਦੇ ਕਾਰਕੁਨਾਂ ਵੱਲੋਂ ਦੁਕਾਨਦਾਰਾਂ ਨੂੰ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਕਿਹਾ ਗਿਆ। ਕਿਸਾਨ ਆਗੂਆਂ ਨੇ ਅਨਾਉਂਸਮੈਂਟ ਰਾਹੀਂ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਕਿ ਉਹ ਬਿਨਾਂ ਕਿਸੇ ਝਿਜਕ ਤੇ ਡਰ ਦੇ ਆਪਣੇ ਕਾਰੋਬਾਰ ਖੋਲ੍ਹਣ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਕੋਈ ਦੁਕਾਨਦਾਰਾਂ ਨੂੰ ਤੰਗ ਪਰੇਸ਼ਾਨ ਕਰੇਗਾ ਤਾਂ ਉਹ ਆਪ ਉਸ ਨਾਲ ਨਜਿੱਠਣਗੇ। ਕਿਸਾਨ ਆਗੂਆਂ ਮੁਤਾਬਕ ਕੈਪਟਨ ਕੇਂਦਰ ਸਰਕਾਰ ਨਾਲ ਮਿਲ ਕੇ ਗਲਤ ਨੀਤੀਆਂ ਬਣਾ ਰਹੇ ਨੇ। ਉਹ ਕੋਰੋਨਾ ਦੇ ਨਾਮ ਉੱਤੇ ਕਿਸਾਨੀ ਤੇ ਵਪਾਰ ਨੂੰ ਤਬਾਹ ਕਰ ਰਹੇ ਨੇ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਦੁਕਾਨਦਾਰਾਂ ਨੇ ਉਹਨਾਂ ਦਾ ਡਟਵਾਂ ਸਾਥ ਦਿੱਤਾ ਅਤੇ ਹੁਣ ਉਹਨਾਂ ਦੀ ਮੁਸੀਬਤ ਵੇਲੇ ਕਿਸਾਨ ਦੁਕਾਨਦਾਰਾਂ ਲਈ ਹਰ ਸਮੇਂ ਖੜੇ ਨਜ਼ਰ ਆਉਣਗੇ। ਕੈਪਟਨ ਮੋਦੀ ਸਰਕਾਰ ਨਾਲ ਰਲ ਚੁੱਕਾ ਆ। ਇਹ ਕਰੋਨਾ ਦੇ ਬਹਾਨੇ ਸਾਡਾ ਜਿਹੜਾ ਸੰਘਰਸ਼ ਉਹ ਖਰਾਬ ਕਰਨਾ ਜਾ ਰਹੀ ਆ। ਇਸ ਕਰਕੇ ਇਹ ਕੈਪਟਨ ਦੀਆਂ ਚਾਲਾਂ ਨੇ। ਅਸੀਂ ਇਹਨਾਂ ਚਾਲਾਂ ਤੋਂ ਨਹੀਂ ਡਰਾਂਗੇ। ਅਸੀਂ ਤਾਂ ਦੇਖੋ ਪਹਿਲਾਂ ਦੱਸ ਚੁੱਕੇ ਹਾਂ, ਜਾਂ ਜਿੱਤਾਂਗੇ ਜਾਂ ਮਰਾਂਗੇ। ਅੱਜ ਅਸੀਂ ਕਰੋਨਾ ਦੇ ਬਹਾਨੇ ਲੋਕਾਂ ਨੂੰ ਇਹ ਦੁਕਾਨਦਾਰਾਂ ਨੂੰ ਅੰਦਰ ਤਾੜ ਕੇ ਬੰਦ ਕਰਕੇ ਭੁੱਖਮਰੀ ਦੇ ਨਾਲ ਮਾਰਨਾ ਚਾਹੁੰਦੇ ਆ। ਬਸ ਅਸੀਂ ਉਸ ਗੱਲ ਨਾਲ ਸਹਿਮਤ ਨਹੀਂ ਗੇ। ਅਸੀਂ ਤਾਂ ਦੁਕਾਨਦਾਰਾਂ ਨੂੰ ਅਪੀਲ ਆਪਣੇ ਵੱਲੋਂ ਕੀਤੀ ਆ ਵੀ ਜੇ ਤੁਸੀਂ ਸਾਡਾ 5-7 ਮਹੀਨੇ ਤੋਂ ਲਗਾਤਾਰ ਸਾਥ ਦਿੱਤਾ, ਅੱਜ ਇਹ ਸਰਕਾਰ ਤੁਹਾਨੂੰ ਧੱਕੇ ਨਾਲ ਅੰਦਰ ਤਾੜਨਾ ਚਾਹੁੰਦੀ ਆ ਤੇ ਸੰਯੁਕਤ ਮੋਰਚਾ ਤੁਹਾਡੇ ਨਾਲ ਖੜਾ ਆ। ਤੁਸੀਂ ਆਪੋ ਆਪਣੇ ਕਾਰੋਬਾਰ ਖੋਲ੍ਹੋ, ਅਸੀਂ ਤੁਹਾਡੇ ਨਾਲ ਖੜੇ ਆ। ਦੇਖੋ ਦੁਕਾਨਦਾਰਾਂ ਨੂੰ ਅਸੀਂ ਆਪਣੇ ਤੌਰ ਤੇ ਅਪੀਲ ਕਰਦੀ ਆ ਵੀ ਤੁਸੀਂ ਆਪੋ ਆਪਣੀਆਂ ਦੁਕਾਨਾਂ ਜਦੋਂ ਮਰਜ਼ੀ ਖੋਲ੍ਹੋ। ਜੇ ਤੁਹਾਡੇ ਨਾਲ ਸਰਕਾਰ ਕੋਈ ਧੱਕਾ ਕਰਦੀ ਆ, ਹੁਣ ਚਾਬੀਆਂ ਤਾਂ ਸਾਡੇ ਕੋਲ ਤਾਂ ਨਹੀਂ ਗਈਆਂ, ਅਸੀਂ ਤਾਂ ਸਪੀਕਰ ਬਣ ਕੇ ਓਪਨ ਲੌਸਮੈਂਟ ਕਰਕੇ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਖੜੇ ਆ, ਤੁਸੀਂ ਸਾਡਾ ਸਾਥ ਅਸੀਂ ਤੁਹਾਡਾ ਦੇਵਾਂਗੇ, ਤੁਸੀਂ ਆਪੋ ਆਪਣੇ ਕਾਰੋਬਾਰ ਖੋਲ੍ਹੋ। ਜੇ ਕੋਈ ਤੁਹਾਡੇ ਨਾਲ ਸਰਕਾਰ ਕਿਸੇ ਤਰ੍ਹਾਂ ਧੱਕਾ ਕਰਨਾ ਚਾਹੁੰਦੀ ਆ, ਅਸੀਂ ਉਸ ਗੱਲ ਦਾ ਪੂਰਾ ਡਟ ਕੇ ਵਿਰੋਧ ਕਰਾਂਗੇ। ਅਸੀਂ ਨਾਲ ਚਟਾਨਾਂ ਵਾਂਗੂ ਖੜੇ ਆ। ਆਉਣ ਵਾਲੇ ਸਮੇਂ 'ਚ ਇਹਨਾਂ ਸਰਕਾਰਾਂ ਦੀਆਂ ਫੱਟੀਆਂ ਪੋਚੀਆਂ ਜਾਣੀਆਂ। ਇਹਨਾਂ ਫੈਸਲਿਆਂ ਨੂੰ ਇਹਨਾਂ ਨੇ ਨਕਾਰ ਦੇਣਾ। ਜਿਵੇਂ ਉੱਥੇ ਭਾਜਪਾ ਦੇ ਨਾਲ ਬੰਗਾਲ ਦੇ ਵਿੱਚ ਹੋਇਆ, ਜਿਵੇਂ ਯੂਪੀ ਦੇ ਵਿੱਚ ਪੰਚਾਇਤ ਚੋਣਾਂ ਦੇ ਵਿੱਚ ਹੋਇਆ, ਤੀਜਾ ਐਸਾ 33% ਵੀ ਇਹਨਾਂ ਦੇ ਸਰਪੰਚ ਨਹੀਂ ਬਣ ਸਕੇ। ਤੁਸੀਂ ਆਉਣ ਵਾਲੇ ਸਮੇਂ ਦੇਖੋ ਇਹਨਾਂ ਸਰਕਾਰਾਂ ਨੂੰ ਮੂੰਹ ਦੀ ਖਾਣੀ ਪੈਣੀ ਆ। ਦੁਕਾਨਦਾਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਾਬਿਲੇ ਗੌਰ ਹੈ ਕਿ ਕਿਸਾਨ ਆਗੂਆਂ ਨੇ ਆਪਣੇ ਪੱਧਰ ਉੱਤੇ ਦੁਕਾਨਦਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ, ਪਰ ਦੁਕਾਨਦਾਰਾਂ ਵੱਲੋਂ ਪੁਲਿਸ ਦੇ ਡਰੋਂ ਜਥੇਬੰਦੀ ਦੇ ਸੱਦੇ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਫਗਵਾੜਾ ਦੇ ਪਿੰਡਾਂ ਵਿੱਚ ਜ਼ਿਆਦਾਤਰ ਦੁਕਾਨਾਂ ਬੰਦ ਨਜ਼ਰ ਆਈਆਂ। ਫਗਵਾੜਾ ਤੋਂ ਪ੍ਰਵੀਨ ਬੋਬੀ ਦੇ ਨਾਲ ਬਿਊਰੋ ਰਿਪੋਰਟ ਟੀਵੀ ਪੰਜਾਬ। ਕਿਸਾਨਾਂ ਵੱਲੋਂ ਦੁਕਾਨਾਂ ਖੋਲ੍ਹਣ ਦੇ ਸੱਦੇ ਦਾ ਜਲੰਧਰ ਵਿੱਚ ਵੀ ਅਸਰ ਨਜ਼ਰ ਆਇਆ। ਇੱਥੇ ਪੁਲਿਸ ਨੇ ਬਾਜ਼ਾਰਾਂ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਸਨ। ਕਿਸਾਨ ਆਗੂ ਭਾਵੇਂ ਦੁਕਾਨਦਾਰਾਂ ਨੂੰ ਨੁਕਸਾਨ ਤੋਂ ਬਚਾਉਣ ਦਾ ਭਰੋਸਾ ਦੇ ਰਹੇ ਸਨ, ਪਰ ਪੁਲਿਸ ਨੂੰ ਵੇਖ ਕੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਬੰਦ ਰੱਖਣ 'ਚ ਹੀ ਭਲਾਈ ਸਮਝੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਰਕਾਰ ਦੇ ਹੁਕਮ ਤੇ ਵੀਕਐਂਡ ਲਾਕਡਾਊਨ ਲਗਾਇਆ ਗਿਆ ਹੈ ਅਤੇ ਜੇ ਕੋਈ ਵੀ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਪਤਾ ਲਾਕਡਾਊਨ ਸ਼ਨੀ ਐਤਵਾਰ ਦਾ ਲਾਕਡਾਊਨ ਲੱਗਾ ਹੈਗਾ ਆ, ਔਰ ਲਾਕਡਾਊਨ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਨੇ ਕਿਹਾ ਅਸੀਂ ਦੁਕਾਨਾਂ, ਕਿਸੇ ਨੇ ਦੁਕਾਨ ਨਹੀਂ ਖੋਲ੍ਹੀ। ਜੋ ਕੋਈ ਦੁਕਾਨ ਕੋਈ ਖੋਲੂਗਾ ਤਾਂ ਉੱਤੇ ਜਿਹੜੀ ਬਣਦੀ ਆ ਕਾਰਵਾਈ ਕੀਤੀ ਜਾਊਗੀ। ਉਧਰ ਹੁਸ਼ਿਆਰਪੁਰ 'ਚ ਦੁਕਾਨਦਾਰਾਂ ਦਾ ਆਪਣੇ ਕਾਰੋਬਾਰ ਖੋਲ੍ਹਣ ਦਾ ਹੌਸਲਾ ਤਾਂ ਨਹੀਂ ਪਿਆ, ਪਰ ਉਹ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਜ਼ਰੂਰ ਹੋਏ। ਇਸ ਤੋਂ ਪਹਿਲਾਂ ਕਿਸਾਨਾਂ ਤੇ ਦੁਕਾਨਦਾਰਾਂ ਦੀ ਇੱਕ ਮੀਟਿੰਗ ਹੋਈ ਅਤੇ ਬਾਅਦ 'ਚ ਪੂਰੇ ਸ਼ਹਿਰ ਵਿੱਚ ਮਾਰਚ ਕੱਢਿਆ ਗਿਆ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਫਰਮਾਨ ਨਾਲ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਦੇ ਲਾਲੇ ਪੈ ਗਏ ਹਨ। ਉਹ ਕਿਸਾਨਾਂ ਵੱਲੋਂ ਮਿਲ ਗਏ ਸਮਰਥਨ ਲਈ ਧੰਨਵਾਦ ਕਰਦੇ ਹਨ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਲਾਕਡਾਊਨ ਦੇ ਫੈਸਲੇ ਨੂੰ ਸਰਕਾਰ ਦਾ ਧੱਕਾ ਕਰਾਰ ਦਿੱਤਾ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਹਰ ਕਿਸੇ ਨੂੰ ਕੋਵਿਡ ਗਾਈਡਲਾਈਨਸ ਦੀ ਪਾਲਣਾ ਕਰਨੀ ਚਾਹੀਦੀ ਹੈ। ਅਜਿਹਾ ਨਾ ਕਰਨ ਉੱਤੇ ਵਾਇਰਸ ਜਾਨਲੇਵਾ ਸਾਬਿਤ ਹੋ ਸਕਦਾ ਹੈ। ਦੁਕਾਨਾਂ ਦਾ ਟਾਈਮ ਜ਼ਿਆਦਾ ਨਹੀਂ ਤੇ 5 ਦਿਨ ਦਾ ਜ਼ਰੂਰ ਚਾਹੀਦਾ, ਚਾਹੇ 11 ਤੋਂ 5 ਕਰੇ, ਚਾਹੇ 9 ਤੋਂ 5 ਕਰਨ।
ਲੇਕਿਨ ਦੁਕਾਨਾਂ ਦਾ ਟਾਈਮ ਜ਼ਰੂਰ ਘੱਟ ਤੋਂ ਘੱਟ 5 ਦਿਨ ਜ਼ਰੂਰ ਚਾਹੀਦਾ। ਇੱਕ ਦਿਨ ਦੇ ਵਿੱਚ ਦੇਖੋ ਜੀ ਅਸੀਂ ਦੁਕਾਨਦਾਰ ਕੀ ਕਰ ਲਵਾਂਗੇ, ਮਹੀਨੇ 4 ਦਿਨ ਖੋਲਾਂਗੇ, 30 ਦਿਨ ਦੀ ਤਨਖਾਹ ਪੈਣੀ ਮੁੰਡੇ ਸਾਡੇ ਦੀ। 8 ਮਹੀਨੇ ਬਣ ਹਰੇਕ ਦੁਕਾਨਦਾਰ ਦੇ ਕੋਲ ਦੇਖੋ ਜੀ ਕਮ ਸੇ ਕਮ ਜ਼ਿਆਦਾ ਨਹੀਂ ਤੇ 5-5 6-6 ਵਰਕਰਸ ਹੈਗੇ ਆ, ਠੀਕ ਹੈ ਜੀ। ਇੱਕ ਵਰਕਰ ਦੀ ਤਨਖਾਹ ਤੁਹਾਨੂੰ ਪਤਾ ਹੀ ਹੈ ਇਸ ਵੇਲੇ ਕਿੰਨੀ ਆਉਂਦੀ ਹੈ। ਉਹਦੇ ਹਿਸਾਬ ਨਾਲ ਦੇਖੋ ਜੀ ਦੁਕਾਨਦਾਰ ਦਾ 101% ਲਾਸ ਤੇ ਜਾ ਰਿਹਾ, ਉਹਦਾ ਆਪਣਾ ਖਰਚਾ ਹੁਣ ਇਕੱਲੇ ਵਰਕਰ ਦਾ ਖਰਚਾ ਕਿੱਥੋਂ ਦਊਗਾ? ਅਗਰ ਮਹੀਨੇ 4 ਦਿਨ ਦੁਕਾਨ ਖੋਲੂਗਾ ਤੇ ਉਹਦੇ ਕੋਲ ਕੀ ਰਹਿ ਜਾਊਗਾ ਦੱਸੋ ਤੁਸੀਂ ਮੈਨੂੰ। ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਨੂੰ ਆਪਾਂ ਇਹ ਕਹਿੰਦੇ ਆ ਜੀ, ਦੁਕਾਨਦਾਰ ਦਾ ਸਭ ਤੋਂ ਪਹਿਲਾਂ ਸੋਚੋ, ਕਿਉਂਕਿ ਦੁਕਾਨਦਾਰ ਨੇ ਹੀ ਕਮਾ ਕੇ ਟੈਕਸ ਦੇਣਾ ਗਵਰਨਮੈਂਟ ਨੇ। ਅਗਰ ਟੈਕਸ ਨਹੀਂ ਦੇਗਾ ਤਾਂ ਦੇਖੋ ਜੀ ਫਿਰ ਉਹ ਤੁਹਾਨੂੰ ਪਤਾ ਹੀ ਆ ਕੀ ਹਾਲ ਹੋਗਾ ਪੰਜਾਬ ਦਾ। ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਸੀ ਕਿ 8 ਤਰੀਕ ਨੂੰ ਅਸੀਂ ਸਾਰੇ ਦੁਕਾਨਦਾਰ ਭਰਾਵਾਂ ਦੇ ਨਾਲ, ਛੋਟੇ ਕਾਰੋਬਾਰੀਆਂ ਦੇ ਨਾਲ ਖੜੇ ਹੋਵਾਂਗੇ ਔਰ ਉਹ ਆਪਣੇ ਕਾਰੋਬਾਰ ਖੋਲ੍ਹਣ ਤੇ ਚਲਾਉਣ। ਅਸੀਂ ਆਪਣਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਮੁਤਾਬਕ ਅੱਜ ਸਾਰੇ ਕਿਸਾਨ ਮਜ਼ਦੂਰ ਜਿੰਨੀਆਂ ਜਥੇਬੰਦੀਆਂ ਸਾਰੀਆਂ ਇਕੱਤਰ ਹੋ ਕੇ ਇਕੱਠੇ ਉਹ ਆਪਾਂ ਆਏ ਹੈਗੇ ਆ ਬਾਜ਼ਾਰ ਦੇ ਵਿੱਚ। ਸੋ ਜਿਹੜੇ ਕਾਰੋਬਾਰੀ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦੇ ਨੇ, ਜਿਹੜੇ ਦੁਕਾਨਦਾਰ ਆਪਣੀ ਦੁਕਾਨ ਖੋਲ੍ਹਣਾ ਚਾਹੁੰਦੇ ਨੇ, ਉਹ ਖੋਲ੍ਹਣ, ਅਸੀਂ ਉਹਨਾਂ ਦੇ ਨਾਲ ਖੜੇ ਆ। ਪ੍ਰਸ਼ਾਸਨ ਨੂੰ ਤਾੜਨਾ ਕਰਾਂਗੇ, ਬਿਲਕੁਲ ਇਸ ਸਰਕਾਰ ਨੂੰ ਤਾੜਨਾ ਕਰਾਂਗੇ ਕਿ ਲੋਕਾਂ ਨੂੰ ਜਿੰਨਾ ਚਿਰ ਤੁਸੀਂ ਰੋਜ਼ੀ ਰੋਟੀ ਨਹੀਂ ਦੇ ਸਕਦੇ, ਤੁਹਾਨੂੰ ਕੋਈ ਹੱਕ ਨਹੀਂ ਉਹਨਾਂ ਦੀ ਰੋਟੀ ਨੂੰ ਖੋਵੋ। ਸੋ ਆਪਣੀ ਉਹ ਰੋਜ਼ੀ ਰੋਟੀ ਕਮਾਉਣਗੇ, ਆਪਣੀਆਂ ਦੁਕਾਨਾਂ ਵੀ ਖੋਲ੍ਹਣਗੇ, ਆਪਣਾ ਕਾਰੋਬਾਰ ਵੀ ਖੋਲ੍ਹਣਗੇ। ਜੇ ਪ੍ਰਸ਼ਾਸਨ ਨੇ ਧੱਕਾ ਕੀਤਾ ਤਾਂ ਫਿਰ ਸੰਯੁਕਤ ਕਿਸਾਨ ਮੋਰਚਾ ਪੂਰੇ ਪੰਜਾਬ ਨੂੰ ਪੂਰੀਆਂ ਰੋਡਾਂ ਬੰਦ ਕਰ ਦੇਗਾ, ਬਿਲਕੁਲ ਉਹਨਾਂ ਦੇ ਨਾਲ ਖੜਾ ਹੋਏਗਾ। ਫਿਰ ਇਹ ਸਰਕਾਰ ਨੂੰ ਨਾਨੀ ਯਾਦ ਕਰਾ ਦੇਵਾਂਗੇ ਜੇ ਕਿਸੇ ਛੋਟੇ ਕਾਰੋਬਾਰੀ ਨਾਲ, ਕਿਸੇ ਦੁਕਾਨਦਾਰ ਨਾਲ ਧੱਕਾ ਕੀਤਾ। ਦੇਖੋ ਇਹ ਮਹਾਮਾਰੀ ਤੋਂ ਬਚਣ ਵਾਸਤੇ ਸਾਰਿਆਂ ਨੂੰ ਥੋੜ੍ਹਾ ਜਿਹਾ ਇਹ ਕਠਿਨਾਈ ਦਾ ਟਾਈਮ ਹੈਗਾ, ਇਹਦਾ ਸਾਥ ਦੇਣਾ ਪੈਣਾ। ਇਹ 'ਚ ਸਾਰਿਆਂ ਦਾ ਭਲਾ ਹੈਗਾ। ਜਿਹੜਾ ਸਰਕਾਰ ਦੀਆਂ ਹਦਾਇਤਾਂ ਹੈਗੀਆਂ ਬੜੀਆਂ ਸੋਚ ਸਮਝ ਕੇ ਆਈਆਂ ਹੈਗੀਆਂ ਲੋਕਾਂ ਦੇ ਭਲੇ ਵਾਸਤੇ, ਉਹਨਾਂ ਨੂੰ ਇੰਪਲੀਮੈਂਟ ਕਰਾਉਣਾ ਸਾਡਾ ਫਰਜ਼ ਆ। ਔਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ, ਸਾਰਿਆਂ ਦੇ ਜੋ ਵੀ ਹਦਾਇਤਾਂ ਨੇ ਸਰਕਾਰ ਦੀਆਂ, ਇਹ ਸਾਰਿਆਂ ਦੇ ਭਲੇ ਵਾਸਤੇ ਨੇ ਤੇ ਇਹਨਾਂ ਦੀ ਪਾਲਣਾ ਕਰੋ। ਗਿੱਦੜਬਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਲਈ ਮਾਮਲਾ ਦਰਜ ਕੀਤਾ ਗਿਆ। ਹਰਦੀਪ ਸਿੰਘ ਡਿੰਪੀ ਨੇ ਆਪਣੇ ਪਿਤਾ ਦੇ ਭੋਗ ਸਮਾਗਮ ਵਿੱਚ ਇਜਾਜ਼ਤ ਨਾਲੋਂ ਵੱਧ ਲੋਕਾਂ ਦਾ ਇਕੱਠ ਕੀਤਾ ਸੀ। ਡਿੰਪੀ ਦੇ ਪਿਤਾ ਸ਼ਿਵਰਾਜ ਸਿੰਘ ਢਿੱਲੋਂ ਦੀ ਕੋਰੋਨਾ ਪੋਜ਼ਿਟਿਵ ਆਉਣ ਮਗਰੋਂ ਮੌਤ ਹੋ ਗਈ। ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਿੰਪੀ ਢਿੱਲੋਂ ਦੇ ਦਰਜ ਮਾਮਲੇ ਦੀ ਨਿਖੇਧੀ ਕੀਤੀ ਹੈ। ਰਾਜਾ ਵੜਿੰਗ ਨੇ ਇਸ ਦੇ ਲਈ ਡਿੰਪੀ ਢਿੱਲੋਂ ਦੇ ਪਰਿਵਾਰ ਤੋਂ ਮਾਫੀ ਮੰਗੀ ਅਤੇ ਪਰਚਾ ਦਰਜ ਕਰਨ ਵਾਲਿਆਂ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ। दोस्तों मैं सुबह अपने दोस्त का एक WhatsApp देखा जिहदे दे विच मेरी फोटो ते एक FIR दी फोटो सी। मैं पढ़िया उन्होंने गौर नाल, फिर उत्ते लिखिया सी कमेंट कि किन्ना घटिया है राजा वड़िंग। इहदी सोच वेखो कि पालन करने वाले ते भी परचा दवाता, जड़ियाँ हदायतां पालन करने वाले ते भी इहो जिहियां गंदियां हरकतां राजा वड़िंग नहीं कर सकता। मैं आपदी माँ का दुध चुंगिया, जे मेरी किसी नाल मतभेद है जां मेरी बरखलाफी है, मैं जिंदगी च जानदे निभाउणा ते करना, लेकिन इहो जिहियां घटिया हरकत राजा वड़िंग ने ना कीती है ते ना करने जानदा है ते ना कदे करा, क्योंकि मैं लड़ाई लड़दा बंदे नाल। ਕਿਸੇ ਦੇ ਮਾਂ ਪਿਓ ਦੀ ਆੜ ਚਾ ਕੇ ਮੈਂ ਜ਼ਿੰਦਗੀ 'ਚ ਕਦੇ ਲੜਾਈ ਨਹੀਂ ਲੜੀ ਜਾਂ ਇਹੋ ਜਿਹੇ ਭੋਗਾਂ ਤੇ ਸਮਾਗਮਾਂ ਤੇ ਇਹੋ ਜਿਹੀਆਂ ਕੁਝ ਹਰਕਤ ਕਰਕੇ ਲੜਾਈ ਨਹੀਂ ਲੜੀ। ਲੇਕਿਨ ਮੇਰੀ ਮੰਗ ਹੈ DGP ਪੰਜਾਬ ਤੋਂ ਔਰ ਮੁੱਖ ਮੰਤਰੀ ਪੰਜਾਬ ਤੋਂ ਕਿ ਇਹ ਮਾੜੀ ਘਟਨਾ ਹੈ, ਇਹਦੇ ਤੇ ਪਰਚਾ ਤੁਰੰਤ ਕੈਂਸਲ ਹੋਣਾ ਚਾਹੀਦਾ ਹੈ। ਪਰਚਾ SSP ਮੈਡਮ ਦੇ ਕਹਿਣ ਤੇ ਹੋਇਆ ਤੇ SSP ਤੇ ਆਪਣੇ SHO ਤੇ ਬਿਲਕੁਲ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ। ਮੈਂ DGP ਸਾਹਿਬ ਨੂੰ ਵੀ ਬੇਨਤੀ ਕਰਦਾ ਪਰਿਵਾਰ ਵਾਲਿਆਂ ਤੋਂ ਮਾਫੀ ਹੱਥ ਜੋੜ ਕੇ ਮਾਫੀ ਮੰਗਦਾ। ਨਾ ਮੰਗੀ ਹੈ ਨਾ ਮੰਗਣੀ ਹੈ ਕਦੇ, ਬਟ ਇਸ ਗੱਲ ਲਈ ਮੈਂ ਹੱਥ ਜੋੜ ਕੇ ਮਾਫੀ ਮੰਗਦਾ, ਕਿਉਂਕਿ ਸਰਕਾਰ ਸਾਡੀ ਹੈ ਤੇ ਕਾਂਗਰਸ ਦੇ ਰਾਜ 'ਚ ਹੋਇਆ ਤੇ ਜ਼ਰੂਰ ਇਸ ਗੱਲ ਦੀ ਪੜਤਾਲ ਕਰਕੇ ਕੀ ਸਿਆਸਤ ਸੀ ਜਨਤਾ ਦੇ ਸਾਹਮਣੇ ਜਲਦੀ ਲਿਆਵਾਂਗੇ। ਕੋਵਿਡ ਮਹਾਮਾਰੀ ਦੀ ਦੂਜੀ ਖਤਰਨਾਕ ਲਹਿਰ ਦੇ ਮੱਦੇਨਜ਼ਰ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜੇਲ੍ਹ ਵਿੱਚ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਰੰਧਾਵਾ ਮਾਡਰਨ ਜੇਲ੍ਹ ਫਰੀਦਕੋਟ ਅਤੇ ਮੁਕਤਸਰ ਜੇਲ੍ਹ ਦਾ ਦੌਰਾ ਕਰਨ ਪਹੁੰਚੇ ਸਨ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਲੁਧਿਆਣਾ, ਬਠਿੰਡਾ, ਮੋਗਾ ਤੇ ਮਲੇਰਕੋਟਲਾ ਦੀਆਂ ਜੇਲ੍ਹਾਂ ਨੂੰ ਕੋਵਿਡ ਪੋਜ਼ਿਟਿਵ ਕੈਦੀਆਂ ਲਈ ਰਾਖਵਾਂ ਰੱਖਿਆ ਜਾ ਰਿਹਾ ਹੈ। ਰੰਧਾਵਾ ਨੇ ਜੇਲ੍ਹਾਂ 'ਚ ਕੈਦੀਆਂ ਲਈ ਟੀਕਾਕਰਨ, ਮਾਸਕ, ਸੈਨੀਟਾਈਜ਼ਰ ਤੇ ਸਹੂਲਤਾਂ ਸਣੇ ਡਾਕਟਰੀ ਸੁਵਿਧਾਵਾਂ ਉੱਤੇ ਤਸੱਲੀ ਪ੍ਰਗਟਾਈ ਹੈ। ਇਹ ਜੇਲ੍ਹ ਜਿਹੜੀ ਕਰੋਨਾ ਸਟ੍ਰੇਨ ਜਿਹੜਾ ਇੰਨਾ ਜ਼ਿਆਦਾ ਵੱਧ ਰਿਹਾ, ਉਹਦੇ ਲਈ ਮੈਂ ਦੇਖਣ ਆਇਆ ਸੀ ਕਿ ਜਿਹੜਾ ਸਾਰਾ ਕੁਝ ਜੇਲ੍ਹ ਦੇ ਵਿੱਚ ਹੀ ਇੰਤਜ਼ਾਮ ਠੀਕ ਹੈ, ਜੋ ਮੈਡੀਕਲ ਜਾਂ ਦੂਸਰੇ, ਇਹਨਾਂ ਕਰਕੇ ਮੈਂ ਇੱਥੇ ਵੀ ਜਾ ਰਿਹਾ। 1-2 ਦਿਨਾਂ 'ਚ ਅਸੀਂ ਸਾਰੀਆਂ ਜੇਲ੍ਹਾਂ ਦੇ ਵਿੱਚ ADGP ਔਰ ਸਾਡੇ ਜਿਹੜੇ ਸੈਕਟਰੀ ਕਿਸਨ ਉਹ ਸਾਰੇ ਅਸੀਂ
ਵੱਖ-ਵੱਖ ਜ਼ਿਲ੍ਹਿਆਂ 'ਚ ਆਪ ਜਾ ਕੇ ਉੱਥੇ ਦੇਖ ਰਹੇ ਹਾਂ ਕਿ ਕਿਵੇਂ ਇੰਤਜ਼ਾਮ ਨੇ, ਤੇ ਔਰ ਜਿਹੜੀ ਕੋਈ ਮੈਡੀਕਲ ਜਾਂ ਦੂਸਰੀ ਕੋਈ ਆ ਉਹਨਾਂ ਸਾਰਿਆਂ ਦਾ ਜਿਹੜੇ ਸੈਟੀਸਫੈਕਟਰੀ ਆ। ਜੇਲ੍ਹ ਦੇ ਵਿੱਚ ਮੈਂ ਅੰਦਰ ਕੈਦੀਆਂ ਨੂੰ ਵੀ ਮਿਲ ਕੇ ਆਏ ਹਾਂ ਔਰ ਜਿਹੜੀਆਂ ਵਿਮਨ ਸਾਡੀਆਂ ਇਨਮੇਟਸ ਉਹਨਾਂ ਨੂੰ ਵੀ ਮਿਲ ਕੇ ਆਏ ਹਾਂ। ਉਹਨਾਂ ਸਾਰਿਆਂ ਦਾ ਦੇਖ ਕੇ ਉਹਨਾਂ ਦਾ ਸੌਣ ਦਾ, ਉਹਨਾਂ ਦੇ ਖਾਣੇ ਦਾ, ਉਹ ਸਾਰਾ ਕੁਝ ਦੇਖਿਆ। ਟਿਕਟੌਕ ਸਟਾਰ ਨੂਰ ਮਗਰੋਂ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਦੇ ਰਹਿਣ ਵਾਲੇ ਮਾਸੂਮ ਵੰਸ਼ ਦੀ ਮਦਦ ਲਈ ਅੱਗੇ ਆਏ ਹਨ। ਵੰਸ਼ ਦੀ ਆਪਣੇ ਪਰਿਵਾਰ ਦੀ ਸਹਾਇਤਾ ਲਈ ਸੜਕਾਂ ਉੱਤੇ ਜੁਰਾਬਾਂ ਵੇਚਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਨੂੰ ਵੇਖਣ ਤੋਂ ਬਾਅਦ ਕੈਪਟਨ ਨੇ ਵੰਸ਼ ਨਾਲ ਵੀਡੀਓ ਕਾਲ ਤੇ ਗੱਲ ਕੀਤੀ। ਕੈਪਟਨ ਨੇ ਵੰਸ਼ ਦੀ ਸਿੱਖਿਆ ਲਈ ਪੂਰੀ ਵਿੱਤੀ ਸਹਿਯੋਗ ਕਰਨ ਤੋਂ ਇਲਾਵਾ ਪਰਿਵਾਰ ਨੂੰ 2 ਲੱਖ ਰੁਪਏ ਦੀ ਫੌਰੀ ਇਮਦਾਦ ਦੇਣ ਦਾ ਐਲਾਨ ਕੀਤਾ। ਕੈਪਟਨ ਨਾਲ ਗੱਲ ਕਰਨ ਤੋਂ ਬਾਅਦ ਵੰਸ਼ ਤੇ ਉਸ ਦਾ ਪਰਿਵਾਰ ਬਹੁਤ ਖੁਸ਼ ਵਿਖਾਈ ਦੇ ਰਿਹਾ ਸੀ। ਰੱਖਣਾ ਰੱਖਦਾ ਜੀ, ਥੈਂਕ ਯੂ, ਬਹੁਤ ਵਧੀਆ ਲੱਗਿਆ, ਤੂੰ ਮਿਹਨਤ ਕਰਦਾ ਦੇਖ ਕੇ, ਠੀਕ ਆ। ਅੱਛਾ, ਤੇ ਤੁਸੀਂ ਪੜ੍ਹਦੇ ਆ ਕਿਹੜੀ ਕਲਾਸ ਚੋਂ? ਮੈਂ ਪੜ੍ਹਦਾ ਸੀ, ਹਟ ਗਿਆ, ਹੁਣ ਲੱਗੂਗਾ। ਕਾਹਤੋਂ ਹਟ ਗਏ? ਘਰੇ ਕਮਾਉਣ ਵਾਲਾ ਹੋਰ ਕੌਣ ਹੈ? ਮੇਰਾ ਭਰਾ ਤੇ ਮੈਂ, 3 ਭੈਣਾਂ ਤੇ ਮੰਮੀ ਡੈਡੀ ਘਰੇ ਰਹਿੰਦੇ। ਲੁਧਿਆਣਾ ਦੀਆਂ ਸੜਕਾਂ ਉੱਤੇ ਹੁਣ 10 ਸਾਲ ਦਾ ਬੱਚਾ ਵੰਸ਼ ਆਪਣੇ ਪਿਤਾ ਨਾਲ ਜੁਰਾਬਾਂ ਨਹੀਂ ਵੇਚੇਗਾ। ਦੂਜੇ ਬੱਚਿਆਂ ਵਾਂਗ ਉਹ ਵੀ ਸਕੂਲ ਜਾਵੇਗਾ ਅਤੇ ਪੜ੍ਹਾਈ ਕਰੇਗਾ। ਉਸ ਦੀ ਪੜ੍ਹਾਈ ਦਾ ਖਰਚ ਪੰਜਾਬ ਸਰਕਾਰ ਚੁੱਕੇਗੀ। ਇਹ ਐਲਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਹੈ। ਇਹੀ ਨਹੀਂ, ਵੰਸ਼ ਦੇ ਗਰੀਬ ਪਰਿਵਾਰ ਨੂੰ 2 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਦਰਅਸਲ ਕੁਝ ਦਿਨ ਪਹਿਲਾਂ ਵੰਸ਼ ਦੀ ਇੱਕ ਵੀਡੀਓ ਇੰਟਰਨੈਟ ਉੱਤੇ ਵਾਇਰਲ ਹੋਈ ਸੀ, ਜਿਸ ਵਿੱਚ ਉਹ ਪਰਿਵਾਰ ਦੀ ਮਦਦ ਲਈ ਸੜਕ ਕਿਨਾਰੇ ਜੁਰਾਬਾਂ ਵੇਚ ਰਿਹਾ ਸੀ। ਇਹ ਵੀਡੀਓ ਦੇਖਣ ਤੋਂ ਬਾਅਦ ਮੁੱਖ ਮੰਤਰੀ ਨੇ ਵੰਸ਼ ਨਾਲ ਵੀਡੀਓ ਕਾਲ ਤੇ ਗੱਲ ਕੀਤੀ। ਕੈਪਟਨ ਨੇ ਕਿਹਾ ਕਿ ਉਹਨਾਂ ਨੂੰ ਵੰਸ਼ ਦਾ ਸਵੈਮਾਨ ਪ੍ਰਭਾਵਿਤ ਕਰ ਗਿਆ। ਮੁੱਖ ਮੰਤਰੀ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਕਿ ਵੰਸ਼ ਜੋ ਸਕੂਲ ਛੱਡ ਚੁੱਕਾ ਹੈ ਨੂੰ ਮੁੜ ਸਕੂਲ ਭੇਜਿਆ ਜਾਵੇ ਅਤੇ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ। ਤੁਸੀਂ ਉੱਥੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਤੁਸੀਂ ਜਾ ਕੇ ਟ੍ਰੈਫਿਕ ਲਾਈਟ ਤੇ ਕੁਝ ਸਮਾਨ ਵੇਚਦੇ ਹੋ। ਪਰ ਬੇਟਾ ਹੁਣ ਤੁਹਾਨੂੰ ਅਸੀਂ ਪੜਾਉਣਾ ਜ਼ਰੂਰ। ਮੈਂ ਡਿਪਟੀ ਕਮਿਸ਼ਨਰ ਨੂੰ ਕਹਿਣਾ ਕਿ ਤੁਹਾਨੂੰ ਜਿੱਥੇ ਸਕੂਲ ਤੇ ਤੁਹਾਨੂੰ ਤੁਸੀਂ ਆਏ ਹੋ, ਜਿੱਥੇ ਪੜ੍ਹੇ ਹੋ, ਉੱਥੇ ਤੁਹਾਨੂੰ ਦੁਬਾਰਾ ਪਾਉਣ ਉੱਥੇ, ਔਰ ਜਿੱਥੇ ਤਾਈਂ ਤੁਹਾਡੇ ਪਰਿਵਾਰ ਦੀ ਮਦਦ ਹੈ ਉਹ ਮੈਂ ਕਰੂੰਗਾ। ਮੈਂ ਗ੍ਰਾਂਟ ਦੇਵਾਂਗਾ ਤੁਹਾਡੇ ਪਰਿਵਾਰ ਨੂੰ ਤਾਂ ਕਿ ਤੁਹਾਡੇ ਪਿਤਾ ਜੀ, ਮਾਤਾ ਜੀ ਔਰ ਭੈਣਾਂ, ਭਾਈ ਵੀ, ਜਿਹਨੇ ਭਾਈ ਨੂੰ ਵੀ ਮੰਨਤ ਪੜ੍ਹ ਰਿਹਾ ਹਾਲੇ। ਮੇਰਾ ਭਰਾ ਪੜ੍ਹ ਚੁੱਕਾ ਵਾ, 9ਵੀਂ ਤੱਕ ਕੀਤੀ ਹੈ ਬਸ ਉਹਨੇ। ਅੱਛਾ, ਕੋਈ ਗੱਲ ਨਹੀਂ ਬੇਟਾ, ਤੁਸੀਂ ਹੁਣ ਜਾ ਕੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹੂੰਗਾ ਤੁਹਾਨੂੰ ਸਕੂਲ ਵਾਪਸ ਪਾਉਣ ਔਰ ਤੁਹਾਡੇ ਪਰਿਵਾਰ ਦੀ ਮਦਦ ਮੈਂ ਕਰੂੰਗਾ, ਠੀਕ ਹੈ, ਤਾਂ ਕਿ ਤੁਹਾਨੂੰ ਪੜ੍ਹਨ ਤੁਹਾਨੂੰ ਕੋਈ ਔਖ ਨਾ ਆਏ ਪਰਿਵਾਰ ਨੂੰ, ਔਰ ਤੁਸੀਂ ਆਪਣੇ ਪੜ੍ਹਾਈ ਮੁਕਾਓ ਤਾਂ ਕਿ ਤੁਸੀਂ ਵੀ ਕੁਝ ਵੱਡੇ ਬਣ ਸਕੋ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ। ਚੰਗਾ, ਅੱਛਾ ਬੇਟਾ। ਵੰਸ਼ ਤੇ ਉਸ ਦੇ ਪਿਤਾ ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਬਹੁਤ ਖੁਸ਼ ਸਨ। ਉਹਨਾਂ ਪਰਿਵਾਰ ਦੀ ਮਦਦ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਘਰ ਦੀ ਮਦਦ ਕਰਾਂਗੇ। ਹੋਰ ਕੀ ਕਿਹਾ? ਹੈਲਪ। ਹੋਰ ਕਿਹਾ ਕਿ ਤੇਰੇ ਪੜ੍ਹਾਈ ਦਾ ਖਰਚਾ ਸਾਰਾ ਅਸੀਂ ਦੇਵਾਂਗੇ। ਕੀ ਸਮਾਨ ਤੁਸੀਂ ਉਹਨੂੰ ਵੀ ਵੇਚਿਆ ਕਰੋਗੇ? ਨਹੀਂ। ਕਿੰਨੇ ਭੈਣ ਭਰਾ ਤੁਸੀਂ? ਅਸੀਂ 3 ਭੈਣਾਂ 2 ਭਰਾ। ਅੱਛਾ। ਤੇ ਮੰਮੀ ਡੈਡੀ। ਪਤਾ ਸੀਗਾ ਜੀ, ਘਰੋਂ ਜਾਂਦਾ ਸੀ, ਸਾਡੇ ਕੋਲੋਂ ਪੈਸੇ ਲੈ ਕੇ ਜਾਂਦਾ ਸੀ, ਸਮਾਨ ਲੈ ਲੈਂਦਾ ਸੀ, ਆਪੇ ਹੀ ਖਰੀਦ ਲੈਂਦੇ। ਕੁਝ ਸਾਡਾ ਪਹਿਲਾਂ ਸ਼ੁਰੂ ਸਮਾਨ ਪਿਆ ਸੀ ਘਰ ਜਿਹੜਾ ਸੀਗਾ, ਤੇ ਉਹ ਹੀ ਸਾਡਾ ਵੇਚਦਾ ਰਿਹਾ। ਫਿਰ ਉਸ ਤੋਂ ਬਾਅਦ ਆਪ ਪੈਸੇ ਲੈ ਕੇ ਜਾ ਕੇ ਲਿਆਂਦਾ ਰਿਹਾ, ਵੇਚਦਾ ਰਿਹਾ। ਤੇ ਮੈਂ ਵੀ ਉੱਥੇ ਬਾਹਰ ਰੋਡ ਤੇ ਲਾ ਕੇ ਸਮਾਨ ਵੇਚਦਾ ਸੀਗਾ। ਹੁਣ 1 ਮਹੀਨਾ 1.5 ਮਹੀਨਾ ਹੋ ਗਿਆ, ਥੋੜ੍ਹਾ ਜਿਹਾ ਟੁਰ ਫਿਰਨ 'ਚ ਥੋੜ੍ਹੀ ਤਕਲੀਫ ਰਹਿੰਦੀ ਹੈ। ਸਮਾਨ ਮੈਂ ਤੱਕ ਕੇ ਵੇਚ ਨਹੀਂ ਸਕਦਾ, ਇਸ ਕਰਕੇ ਮੈਂ ਥੋੜ੍ਹਾ ਜਿਹਾ ਵਿਕਾਰੀ ਸੀਗਾ। ਮੁੱਖ ਮੰਤਰੀ ਜਿਹੜੇ ਹੈਗੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ, ਸਾਨੂੰ ਬੜਾ ਖੁਸ਼ੀ ਹੋਈ ਵੀ ਸਾਡੇ ਨਾਲ ਉਹਨਾਂ ਨੇ ਗੱਲ ਕੀਤੀ। ਬਹੁਤ ਪਿਆਰ ਮਿਲਿਆ ਉਹਨਾਂ ਕੋਲੋਂ। ਤੇ ਉਹਨਾਂ ਨੇ ਕਿਹਾ ਸਕੂਲ 'ਚ ਜਿਹੜੇ ਸਕੂਲ 'ਚ ਤੁਸੀਂ ਪੜ੍ਹਦੇ ਸੀਗੇ ਤੁਹਾਨੂੰ ਉੱਥੇ ਕੱਢਿਆ ਗਿਆ, ਉਹ ਸਕੂਲ ਤੁਹਾਨੂੰ ਦੁਬਾਰਾ ਯੂਨੀਵਰਸਿਟੀ 'ਚ ਪਾ ਦਿੱਤਾ ਜਾਏਗਾ ਵੀ, ਹੋਰ ਤੁਹਾਡਾ ਘਰ ਦਾ ਜਿੰਨਾ ਵੀ ਕੋਈ ਖਰਚਾ ਹੋਏਗਾ ਅਸੀਂ ਚੱਕਾਂਗੇ ਵੀ, ਤੁਹਾਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਮੇਰੇ ਬੇਟੇ ਨੇ ਆਖਿਆ ਮੈਨੂੰ। ਦੱਸ ਦਈਏ ਕਿ ਵੰਸ਼ ਦਾ ਪਿਤਾ ਪਰਮਜੀਤ ਵੀ ਜੁਰਾਬਾਂ ਵੇਚਦਾ ਹੈ, ਜਦਕਿ ਉਸ ਦੀ ਮਾਤਾ ਰਾਣੀ ਘਰੇਲੂ ਸੁਆਣੀ ਹੈ। ਵੰਸ਼ ਦੀਆਂ 3 ਭੈਣਾਂ ਅਤੇ 1 ਵੱਡਾ ਭਰਾ ਹੈ ਅਤੇ ਇਹ ਪਰਿਵਾਰ ਹੈਬੋਵਾਲ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਇਲਾਕੇ ਵਿੱਚ ਸਰਕਾਰੀ ਮਦਦ ਦੀ ਕਾਫੀ ਚਰਚਾ ਹੋ ਰਹੀ ਹੈ। ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ 'ਚ ਸਥਿਤ ਪਾਸਪੋਰਟ ਦਫ਼ਤਰ ਇਮਾਰਤ ਦੀ 3ਜੀ ਮੰਜ਼ਿਲ ਤੇ ਸਥਿਤ PNB ਮੈਟਲਾਈਫ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ ਵਿੱਚ ਅੱਜ ਸਵੇਰੇ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਅਨੁਸਾਰ ਸ਼ਨੀਚਰਵਾਰ ਸਵੇਰੇ 9:30 ਵਜੇ ਦੇ ਕਰੀਬ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ 'ਚ ਧੂੰਆਂ ਨਿਕਲਦਾ ਦੇਖ ਇਸ ਦੀ ਸੂਚਨਾ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ। ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਜਦ ਤੱਕ ਅੱਗ ਤੇ ਕਾਬੂ ਪਾਇਆ ਤਦ ਤੱਕ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਸਾਨੂੰ ਫਾਇਰ ਕਾਲ ਆਈ ਵੀ ਉਹ ਪਾਸਪੋਰਟ ਦਫ਼ਤਰ ਦੇ ਨਾਲ ਇੱਕ ਬਿਲਡਿੰਗ ਉਹ 'ਚ ਅੱਗ ਲੱਗੀ ਹੈ। ਮੌਕੇ ਤੇ ਆਏ ਰਾਹ 'ਚ ਸਾਨੂੰ ਧੂੰਆਂ ਦੇਖਿਆ ਵੀ ਅੱਗ ਬਹੁਤ ਵੱਡੀ ਹੈ। ਆ ਕੇ ਅੱਗ ਤੇ ਕਾਬੂ ਪਾ ਰਹੇ ਹੁਣ ਤੁਹਾਡੇ ਸਾਹਮਣੇ ਹੈ। ਨੁਕਸਾਨ ਤਾਂ ਹੁਣ ਅੱਗ ਬੁਝਾਉਣ ਤੇ ਪਤਾ ਲੱਗੂ, ਹਾਲੇ ਅੱਗ ਅੰਦਰ ਹੈਗੀ ਹੈ। ਇਹ ਸੀ ਹੁਣ ਤੱਕ ਦੀਆਂ ਖਬਰਾਂ। ਆਓ ਜਾਂਦੇ ਇੱਕ ਵਾਰ ਫਿਰ ਝਾਤ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ। ਤੀਜੀ ਵਾਰ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ। 4000 ਤੋਂ ਵੱਧ ਮਰੀਜ਼ਾਂ ਦੀ ਮੌਤ। DRDO ਦੀ ਪਾਣੀ 'ਚ ਘੋਲ ਕੇ ਪੀਣ ਵਾਲੀ ਕੋਰੋਨਾ ਦੀ ਦਵਾਈ ਨੂੰ ਮਿਲੀ ਮਨਜ਼ੂਰੀ। ਦੇਸ਼ ਵਿੱਚ ਟੀਕਾਕਰਨ ਦੇ ਕੰਮ 'ਚ ਵੀ ਹੋ ਰਿਹਾ ਹੇਰ-ਫੇਰ। ਫਗਵਾੜਾ ਦੇ ਜੋੜੇ ਨੂੰ ਬਿਨਾਂ ਟੀਕਾ ਲਗਾਇਆ ਜਾਰੀ ਕੀਤਾ ਵੈਕਸੀਨੇਸ਼ਨ ਦਾ ਸਰਟੀਫਿਕੇਟ। ਜੋੜੇ ਨੇ ਸਿਹਤ ਵਿਭਾਗ ਤੋਂ ਮਾਮਲੇ ਦੀ ਜਾਂਚ ਦੀ ਕੀਤੀ ਮੰਗ। ਪੰਜਾਬ 'ਚ ਕੋਰੋਨਾ ਮਗਰੋਂ ਬਰਡ ਫਲੂ ਨੇ ਦਿੱਤੀ ਦਸਤਕ। ਲੁਧਿਆਣੇ ਦੇ ਕਿਲ੍ਹਾ ਰਾਏਪੁਰ 'ਚ ਮਿਲਿਆ ਬਰਡ ਫਲੂ ਦਾ ਸਟ੍ਰੇਨ। ਪ੍ਰਸ਼ਾਸਨ ਨੇ 1 ਕਿਲੋਮੀਟਰ ਦੇ ਘੇਰੇ ਨੂੰ ਇਨਫੈਕਸ਼ਨ ਜ਼ੋਨ ਐਲਾਨਿਆ। ਵਿਵਾਦਤ ਟਿੱਪਣੀਆਂ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਕੰਗਣਾ ਰਣੌਤ ਨੂੰ ਹੋਇਆ ਕੋਰੋਨਾ। ਕੰਗਣਾ ਨੇ ਖੁਦ ਨੂੰ ਘਰ ਵਿੱਚ ਕੀਤਾ ਕੁਆਰੰਟਾਈਨ। ਹਿਮਾਚਲ ਜਾਣ ਲਈ ਕਰਵਾਇਆ ਸੀ ਕੋਰੋਨਾ ਟੈਸਟ। ਅਤੇ ਕਿਸਾਨਾਂ ਦੀ ਅਪੀਲ ਤੇ ਪੁਲਿਸ ਦਾ ਡੰਡਾ ਪਿਆ ਭਾਰੀ। ਸੂਬੇ ਦੇ ਬਾਜ਼ਾਰ ਖੁਲਵਾਉਣ ਪਹੁੰਚੇ ਕਿਸਾਨ, ਪਰ ਦੁਕਾਨਦਾਰਾਂ ਨੇ ਨਹੀਂ ਖੋਲ੍ਹੇ ਕਾਰੋਬਾਰ। ਕਿਸਾਨਾਂ ਦੇ ਭਰੋਸੇ ਮਗਰੋਂ ਵੀ ਬਹੁਤੀਆਂ ਦੁਕਾਨਾਂ ਰਹੀਆਂ ਬੰਦ। ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ TV ਪੰਜਾਬ।